ਬਹੁਤ ਪਹਿਲਾਂ ਇੱਕ ਕੁੜੀ ਸੀ ਹਾਈਡੀ। ਉਹਦੇ ਪੇਰੈਂਟਸ ਦੇ ਗੁਜ਼ਰਨ ਤੋਂ ਬਾਅਦ ਉਹਦੀ ਆਂਟੀ ਨੇ ਉਹਦਾ ਖਿਆਲ ਰੱਖਿਆ। ਇੱਕ ਦਿਨ ਉਹ ਹਾਈਡੀ ਨੂੰ ਲੈ ਕੇ ਉਹਦੇ ਦਾਦਾ ਜੀ ਕੋਲ ਗਏ, ਜਿਹੜੇ ਪਹਾੜਾਂ ਵਿੱਚ ਰਹਿੰਦੇ ਸੀ। ਦਾਦਾ ਜੀ ਪੂਰਾ ਚਿੜਚਿੜੇ ਸੁਭਾਅ ਦੇ ਬਜ਼ੁਰਗ ਸੀ, ਜੋ ਇਕੱਲੇ ਇੱਕ ਛੋਟੇ ਜਿਹੇ ਝੋਪੜੇ ਵਿੱਚ ਰਹਿੰਦੇ ਸੀ। ਇਹ ਪਹਿਲੀ ਵਾਰੀ ਸੀ ਕਿ ਹਾਈਡੀ ਆਪਣੇ ਦਾਦੂ ਨੂੰ ਮਿਲ ਰਹੀ ਸੀ। ਕਿਸੇ ਦੂਜੇ ਸ਼ਹਿਰ ਵਿੱਚ ਨੌਕਰੀ ਮਿਲੀ ਹੈ, ਇਹ ਕਹਿ ਕੇ ਆਂਟੀ ਹਾਈਡੀ ਨੂੰ ਦਾਦੂ ਕੋਲ ਛੱਡ ਕੇ ਚਲੀ ਗਈ। ਦਾਦੂ, ਜਿਹੜੇ ਇੰਨੇ ਸਾਲਾਂ ਤੋਂ ਇਕੱਲੇ ਸੀ, ਖੁਸ਼ ਸੀ ਕਿ ਉਹਨਾਂ ਦੀ ਪੋਤੀ ਹੁਣ ਉਹਨਾਂ ਦੇ ਨਾਲ ਹੈ, ਪਰ ਆਪਣੀ ਖੁਸ਼ੀ ਹਾਈਡੀ ਨੂੰ ਨਹੀਂ ਵਿਖਾਈ। ਉਹਨਾਂ ਨੇ ਹਾਈਡੀ ਲਈ ਸਟੋਰ ਰੂਮ ਵਿੱਚ ਇੱਕ ਪਿਆਰਾ ਜਿਹਾ ਬੈੱਡ ਲਗਾਇਆ। ਹਾਈਡੀ ਨੂੰ ਦਾਦੂ ਬੜੇ ਪਸੰਦ ਆਏ। ਇੱਥੇ ਪਹਾੜਾਂ ਵਿੱਚ ਉਹਨੂੰ ਖੁਸ਼ੀਆਂ ਮਿਲਣ ਵਾਲੀਆਂ ਸੀ। ਸਵੇਰੇ ਉੱਠਦੇ ਹੀ ਦਾਦੂ ਨੇ ਉਹਨੂੰ ਆਪਣੇ ਵੱਡੇ ਸਾਰੇ ਡੌਗੀ ਜੋਸਫ ਨਾਲ ਮਿਲਵਾਇਆ। ਹਾਈਡੀ ਨੂੰ ਜੋਸਫ ਬੜਾ ਚੰਗਾ ਲੱਗਿਆ। ਇੱਕ ਦਿਨ ਪਹਾੜਾਂ ਵਿੱਚ ਘੁੰਮਦੇ ਹੋਏ ਉਹਨੂੰ ਪੀਟਰ ਮਿਲਿਆ। ਪੀਟਰ ਸੀ ਸ਼ੈਫਰਡ, ਜਿਹੜਾ ਆਪਣੀ ਬੱਕਰੀਆਂ ਨੂੰ ਘਾਹ ਚਰਾ ਰਿਹਾ ਸੀ। ਮੈਨੂੰ ਤੂੰ ਪਹਿਲੇ ਨਹੀਂ ਦਿਸੀ ਕਦੀ ਵੀ। ਹਾਂ, ਮੈਂ ਕੱਲ ਹੀ ਆਈ ਹਾਂ, ਹੁਣ ਦਾਦੂ ਦੇ ਨਾਲ ਰਹਾਂਗੀ। ਅਗਲੇ ਦਿਨਾਂ 'ਚ ਉਹ ਨਾਲ-ਨਾਲ ਪਹਾੜਾਂ ਵਿੱਚ ਘੁੰਮਣ ਫਿਰਨ ਲੱਗੇ। ਹਾਈਡੀ ਦੀ ਲਾਈਫ ਮਜ਼ੇਦਾਰ ਹੋ ਗਈ ਸੀ। ਉਹਨੂੰ ਪੀਟਰ ਬਹੁਤ ਪਿਆਰ ਕਰਦਾ ਸੀ। ਉਹਨੇ ਉਹਨੂੰ ਸ਼ੈਫਰਡ ਬਣਨਾ ਵੀ ਸਿਖਾਇਆ। ਪੂਰਾ ਦਿਨ ਪਹਾੜਾਂ ਵਿੱਚ ਦੌੜ ਭੱਜ ਕਰਕੇ ਹਾਈਡੀ ਖੁਸ਼ ਸੀ। ਪਰ ਉਹ ਦਾਦੂ ਦੇ ਘਰ ਦੇ ਕੰਮਾਂ ਵਿੱਚ ਵੀ ਹੱਥ ਬਟਾਉਂਦੀ ਸੀ। ਆਪਣੇ ਦਾਦੂ ਦੇ ਓਵਨ 'ਚ ਬ੍ਰੈਡ ਬੇਕ ਕਰਨਾ ਉਹਦਾ ਫੇਵਰਿਟ ਕੰਮ ਸੀ। ਉਹ ਬ੍ਰੈਡ ਬਣਾ ਕੇ ਪੀਟਰ ਦੀ ਦਾਦੀ ਨੂੰ ਦਿੰਦੀ ਸੀ ਤੇ ਬਦਲੇ ਵਿੱਚ ਪੀਟਰ ਦੀ ਦਾਦੀ ਉਹਨੂੰ ਬੱਕਰੀ ਦਾ ਤਾਜ਼ਾ ਦੁੱਧ ਪਿਲਾਉਂਦੀ ਸੀ। ਇੱਕ ਦਿਨ ਗਰਮੀ ਤੋਂ ਬਾਅਦ ਸਿਆਲਾਂ ਦਾ ਮੌਸਮ ਆ ਗਿਆ। ਪੀਟਰ ਦਾ ਸਕੂਲ ਜਾਣਾ ਸ਼ੁਰੂ ਹੋ ਗਿਆ ਤੇ ਹਾਈਡੀ ਕੱਲੀ ਪੈ ਗਈ। ਇੱਕ ਦਿਨ ਅਚਾਨਕ ਹਾਈਡੀ ਦੀ ਆਂਟੀ ਉਹਨੂੰ ਵਾਪਸ ਸ਼ਹਿਰ ਲੈ ਜਾਣ ਵਾਸਤੇ ਆਈ, ਉਹਨੂੰ ਘਰ ਵਿੱਚ ਪੜ੍ਹਾਉਣ ਤੇ ਕੰਮ ਕਰਾਉਣ ਵਾਸਤੇ। ਦਾਦੂ ਨੂੰ ਇਹ ਸੁਣ ਕੇ ਬੜਾ ਬੁਰਾ ਲੱਗਿਆ ਤੇ ਉਹ ਮੰਨੇ ਨਹੀਂ। ਪਰ ਜ਼ਰਾ ਸੋਚਣ ਤੇ ਉਹਨਾਂ ਨੂੰ ਲੱਗਿਆ ਕਿ ਹਾਈਡੀ ਦੇ ਵਾਸਤੇ ਇਹ ਹੀ ਚੰਗਾ ਰਹੇਗਾ ਕਿ ਉਹ ਸ਼ਹਿਰ ਜਾ ਕੇ ਪੜ੍ਹਾਈ ਲਿਖਾਈ ਕਰੇ। ਮੈਨੂੰ ਇੱਥੋਂ ਨਹੀਂ ਜਾਣਾ, ਮੈਨੂੰ ਦਾਦੂ ਦੇ ਕੋਲ ਹੀ ਰਹਿਣਾ ਹੈ। ਆਂਟੀ ਦੇ ਇਹ ਕਹਿਣ ਕਰਕੇ ਕਿ ਉਹ ਕੁਝ ਹੀ ਦਿਨਾਂ ਬਾਅਦ ਉਹਨੂੰ ਇੱਥੇ ਵਾਪਸ ਲੈ ਆਵੇਗੀ, ਹਾਈਡੀ ਮੰਨ ਗਈ। ਟ੍ਰੇਨ ਵਿੱਚ ਲੰਬਾ ਸਫ਼ਰ ਤੈਅ ਕਰਕੇ ਉਹ ਇੱਕ ਮਹਿਲ ਵਰਗੇ ਘਰ ਵਿੱਚ ਪਹੁੰਚੇ। ਇੰਨਾ ਵੱਡਾ ਘਰ, ਮੈਂ ਕਿ ਇਸ ਘਰ 'ਚ ਰਹਿਣ ਵਾਲੀ ਹਾਂ। ਹਾਈਡੀ ਘਰ ਦੀ ਪਿਆਰੀ ਕਲਾਰਾ ਨੂੰ ਮਿਲੀ। ਕਲਾਰਾ ਤੁਰ ਨਹੀਂ ਸਕਦੀ ਸੀ ਕਿਉਂਕਿ ਉਹਦਾ ਐਕਸੀਡੈਂਟ ਹੋਇਆ ਸੀ। ਆਂਟੀ ਹਾਈਡੀ ਨੂੰ ਇੱਥੇ ਲੈ ਕੇ ਆਈ ਸੀ ਤਾਂ ਕਿ ਕਲਾਰਾ ਨੂੰ ਇੱਕ ਦੋਸਤ ਮਿਲ ਜਾਵੇ। ਇਹ ਦੋਨੋਂ ਪਰੀਆਂ ਬਹੁਤ ਜਲਦੀ ਬੈਸਟ ਫਰੈਂਡਸ ਬਣ ਗਈਆਂ। ਹਾਈਡੀ ਦੇ ਢੰਗ ਵੱਖਰੇ ਸੀ ਤੇ ਕਲਾਰਾ ਉਹਦੀ ਗਲਤੀਆਂ ਦੇ ਖੂਬ ਮਜ਼ੇ ਲੈਂਦੀ ਸੀ। ਕਲਾਰਾ ਦੀ ਦਾਦੀ ਬੜੀ ਡਾਢੀ ਸੀ। ਕਲਾਰਾ ਦੀ ਦਾਦੀ ਹਾਈਡੀ ਨੂੰ ਬਹੁਤ ਕੁਝ ਸਿਖਾ ਰਹੀ ਸੀ, ਜਿਵੇਂ ਢੰਗ ਨਾਲ ਬੈਠਣਾ, ਉੱਠਣਾ ਤੇ ਕਾਂਟੇ ਛੁਰੀ ਨਾਲ ਖਾਣਾ ਖਾਣਾ। ਹੁਣ ਹਾਈਡੀ ਕੱਪੜੇ ਵੀ ਸ਼ਹਿਰ ਵਾਲਿਆਂ ਵਰਗੀ ਪਾਉਣ ਲੱਗ ਪਈ ਸੀ, ਪਰ ਉਹਦੇ ਵਿੱਚ ਆਰਾਮ ਨਹੀਂ ਮਿਲ ਰਿਹਾ ਸੀ ਉਹਨੂੰ। ਕਲਾਰਾ ਵੀ ਹਾਈਡੀ ਨੂੰ ਪੜ੍ਹਨਾ ਲਿਖਣਾ ਸਿਖਾ ਰਹੀ ਸੀ। ਹਾਈਡੀ ਨੂੰ ਕਲਾਰਾ ਦੇ ਨਾਲ ਰਹਿਣਾ ਚੰਗਾ ਤੇ ਲੱਗ ਰਿਹਾ ਸੀ, ਪਰ ਉਹਨੂੰ ਪਹਾੜਾਂ ਤੇ ਦਾਦੂ ਦੀ ਬਹੁਤ ਯਾਦ ਆਉਂਦੀ ਸੀ। ਐਨੀ ਯਾਦ ਕਿ ਉਹਨੂੰ ਖਾਣਾ ਵੀ ਨਹੀਂ ਚੰਗਾ ਲੱਗਦਾ ਸੀ। ਕਲਾਰਾ ਦੀ ਦਾਦੀ ਤੇ ਪਾਪਾ ਨੂੰ ਹਾਈਡੀ ਦੇ ਦੁੱਖ ਦਾ ਅਹਿਸਾਸ ਹੋਇਆ। ਉਹਨਾਂ ਨੇ ਫੈਸਲਾ ਕੀਤਾ ਉਹਨੂੰ ਵਾਪਸ ਉਹਦੇ ਦਾਦੂ ਕੋਲ ਭੇਜਣ ਦਾ। ਕਲਾਰਾ ਉਦਾਸ ਹੋ ਗਈ ਕਿਉਂਕਿ ਹਾਈਡੀ ਜਾਣ ਵਾਲੀ ਸੀ। ਪਿਆਰ ਉਹਨੂੰ ਕਹਿੰਦੇ ਨੇ ਜਦੋਂ ਤੁਸੀਂ ਕਿਸੇ ਦੀ ਖੁਸ਼ੀ ਚਾਹੁੰਦੇ ਹੋ, ਕਿਸੇ ਵੀ ਕੀਮਤ ਤੇ ਵਕਤ ਆ ਗਿਆ ਗੁੱਡ ਬਾਏ ਕਹਿਣ ਦਾ। ਹਾਈਡੀ ਦੀ ਆਂਟੀ ਨੇ ਕਿਹਾ ਕਿ ਕਲਾਰਾ ਉਹਨੂੰ ਮਿਲਣ ਅਗਲੇ ਸਾਲ ਪਹਾੜਾਂ ਵਿੱਚ ਆਵੇਗੀ। ਪਹਾੜਾਂ ਵਿੱਚ ਆਂਦੇ ਹੀ ਜਿਵੇਂ ਉਹਨੂੰ ਜ਼ਿੰਦਗੀ ਵਾਪਸ ਮਿਲ ਗਈ।
ਉਹ ਰਸਤੇ ਵਿੱਚ ਪੀਟਰ ਦੇ ਘਰ ਗਈ ਤੇ ਉਹਦੀ ਦਾਦੀ ਨੂੰ ਕਲਾਰਾ ਦਾ ਦਿੱਤਾ ਹੋਇਆ ਬ੍ਰੈਡ ਦਿੱਤਾ। ਆਪਣਾ ਸ਼ਹਿਰ ਵਾਲਾ ਡਰੈਸ ਉੱਥੇ ਛੱਡ ਕੇ ਉਹ ਭੱਜ ਕੇ ਦਾਦੂ ਨੂੰ ਮਿਲਣ ਗਈ ਤੇ ਉਹਨਾਂ ਨੂੰ ਹੁੱਟ ਕੇ ਜੱਫੇ ਪਾ ਲਏ। ਹਾਈਡੀ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਜਦੋਂ ਉਹਨੂੰ ਇੱਕ ਚਿੱਠੀ ਮਿਲੀ ਕਿ ਕਲਾਰਾ ਉਹਨੂੰ ਮਿਲਣ ਆ ਰਹੀ ਹੈ। ਕਲਾਰਾ ਨੂੰ ਪਹਾੜ ਤੇ ਪੀਟਰ ਦੋਨੋਂ ਪਸੰਦ ਆਏ, ਪਰ ਪੀਟਰ ਜਰਾ ਅਨਮਨਾ ਜਿਹਾ ਸੀ ਕਿਉਂਕਿ ਉਹਨੂੰ ਲੱਗ ਰਿਹਾ ਸੀ ਕਿ ਕਲਾਰਾ ਹਾਈਡੀ ਨੂੰ ਆਪਣੇ ਨਾਲ ਫੇਰ ਸ਼ਹਿਰ ਲੈ ਜਾਵੇਗੀ। ਇਹ ਤਿੰਨੋਂ ਮਿਲ ਕੇ ਬਹੁਤ ਮौज ਮਸਤੀ ਕਰ ਰਹੇ ਸੀ। ਪਹਾੜਾਂ ਦੀ ਤਾਜ਼ੀ ਹਵਾ, ਫਲ, ਸਬਜ਼ੀ ਕਲਾਰਾ ਦੀ ਸਿਹਤ ਵਾਸਤੇ ਬਹੁਤ ਚੰਗੇ ਸੀ। ਪਰ ਪੀਟਰ ਨੂੰ ਕਲਾਰਾ ਨਾਲ ਜਲਨ ਹੋਣ ਲੱਗੀ ਕਿਉਂਕਿ ਉਹ ਹਾਈਡੀ ਦੀ ਬੈਸਟ ਫਰੈਂਡ ਸੀ। ਪੀਟਰ ਨੂੰ ਕਲਾਰਾ ਨੂੰ ਵੀਲਚੇਅਰ ਤੇ ਬਿਠਾਣਾ ਤੇ ਘੁਮਾਣਾ ਵੀ ਨਹੀਂ ਪਸੰਦ ਸੀ। ਇੱਕ ਦਿਨ ਉਹਨੇ ਕਲਾਰਾ ਦੀ ਵੀਲਚੇਅਰ ਨੂੰ ਪਹਾੜ ਤੋਂ ਥੱਲੇ ਸੁੱਟ ਦਿੱਤਾ। ਉਹਨੂੰ ਲੱਗਿਆ ਕਿ ਸਾਰੀਆਂ ਪ੍ਰੋਬਲਮਸ ਸੋਲਵ ਹੋ ਜਾਣਗੀਆਂ। ਤਾਜ਼ੀ ਹਵਾ ਦੇ ਸਹਾਰੇ ਤੇ ਬਿਨਾਂ ਵੀਲਚੇਅਰ ਤੋਂ ਕਲਾਰਾ ਵਿੱਚ ਕਾਫੀ ਤਾਕਤ ਆ ਗਈ ਤੇ ਉਹ ਹਾਈਡੀ ਨਾਲ ਹੌਲੀ-ਹੌਲੀ ਤੁਰਨ ਲੱਗ ਪਈ ਤੇ ਫੇਰ ਆਪੇ ਬਿਨਾਂ ਕਿਸੇ ਸਹਾਰੇ ਤੁਰਨ ਲੱਗ ਪਈ। ਮੈਂ ਤੁਰ ਰਹੀ ਹਾਂ ਹਾਈਡੀ, ਇਹ ਸਭ ਤੇਰੀ ਵਜ੍ਹਾ ਨਾਲ। ਇੱਕ ਦਿਨ ਕਲਾਰਾ ਦੀ ਦਾਦੀ ਤੇ ਪਾਪਾ ਉੱਥੇ ਆਏ ਤੇ ਚੌਂਕ ਗਏ ਉਹਨੂੰ ਤੁਰਦੇ ਹੋਏ ਵੇਖ। ਉਹਨਾਂ ਨੇ ਦਾਦੂ ਤੇ ਹਾਈਡੀ ਨੂੰ ਜੀ ਭਰ ਕੇ ਥੈਂਕ ਯੂ ਕਿਹਾ। ਉਸੇ ਵੇਲੇ ਪੀਟਰ ਨੂੰ ਆਪਣੇ ਕਿੱਤੇ ਤੇ ਪਛਤਾਵਾ ਹੋਇਆ। ਉਹਨੇ ਕਲਾਰਾ ਦੀ ਵੀਲਚੇਅਰ ਨੂੰ ਸੁੱਟਣਾ ਕਬੂਲ ਕੀਤਾ। ਮੈਂ ਤੁਹਾਡੇ ਸਾਰਿਆਂ ਨਾਲ ਮਾਫੀ ਚਾਹੁੰਦਾ, ਬਹੁਤ ਗਲਤ ਕੀਤਾ ਮੈਂ। ਮਾਫ ਤਾਂ ਕਰਾਂਗੀ ਹੀ, ਹੈ ਨਾ ਕਲਾਰਾ? ਭਲੇ ਹੀ ਤੂੰ ਗਲਤ ਕੀਤਾ, ਪਰ ਉਹਦਾ ਤੁਰਨਾ ਸਭ ਤੋਂ ਬੜੀ ਖੁਸ਼ੀ ਹੈ। ਸਭ ਖੁਸ਼ੀ ਨਾਲ ਹੱਸ ਪਏ। ਕਲਾਰਾ ਤੇ ਉਸਦੇ ਪਰਿਵਾਰ ਨੇ ਅਗਲੇ ਸਾਲ ਫੇਰ ਆਉਣ ਦਾ ਵਾਅਦਾ ਕੀਤਾ ਤੇ ਉਹ ਸਾਰੇ ਨਾਲ-ਨਾਲ ਹਮੇਸ਼ਾ ਖੁਸ਼ ਰਹੇ। ਕਈ ਸਾਲ ਪਹਿਲਾਂ ਦੂਰ ਇੱਕ ਧਰਤੀ ਤੇ ਇੱਕ ਰਾਜਕੁਮਾਰ ਰਹਿੰਦਾ ਸੀ। ਹੁਣ ਰਾਜਕੁਮਾਰ ਵਿਆਹ ਦੇ ਲਾਇਕ ਹੋ ਚੁੱਕਿਆ ਸੀ, ਪਰ ਬਦਕਿਸਮਤੀ ਨਾਲ ਉਸ ਦੇ ਲਈ ਕਿਧਰੇ ਵੀ ਰਾਜਕੁਮਾਰੀ ਨਹੀਂ ਲੱਭ ਰਹੀ ਸੀ। ਆਪਣੀ ਰਾਜਕੁਮਾਰੀ ਨੂੰ ਲੱਭਣ ਦੇ ਲਈ ਉਹਨੇ ਪੂਰੀ ਦੁਨੀਆ ਦੀ ਯਾਤਰਾ ਕੀਤੀ। ਪੜੋਸ ਦੇ ਮੁਲਕ ਦੀ ਵੀ ਸਾਰੀਆਂ ਰਾਜਕੁਮਾਰੀਆਂ ਨੇ ਰਾਜਕੁਮਾਰ ਨੂੰ ਮਿਲਣ ਦੇ ਲਈ ਰਾਜ ਮਹਿਲ ਦਾ ਦੌਰਾ ਕੀਤਾ, ਪਰ ਰਾਜਕੁਮਾਰ ਨੂੰ ਸਹੀ ਰਾਜਕੁਮਾਰੀ ਚੁਣਨ ਦਾ ਪ੍ਰਯਾਸ ਕਰਨ ਵਿੱਚ ਮੁਸ਼ਕਲ ਹੋ ਰਹੀ ਸੀ। ਉਸ ਦੇ ਪਿਤਾ ਰਾਜਾ ਚਾਹੁੰਦੇ ਸੀ ਕਿ ਉਹਨਾਂ ਦੇ ਬੇਟੇ ਨੂੰ ਅਸਲੀ ਰਾਜਕੁਮਾਰੀ ਮਿਲ ਜਾਵੇ। ਇੰਨੇ ਸਾਲ ਕੋਸ਼ਿਸ਼ ਕਰਨ ਦੇ ਬਾਅਦ ਉਹਨੇ ਸਹੀ ਰਾਜਕੁਮਾਰੀ ਨੂੰ ਪਾਉਣ ਦੀ ਪੂਰੀ ਉਮੀਦ ਖੋ ਦਿੱਤੀ ਸੀ। ਦੁਖਦ, ਨਿਰਾਸ਼ਾਜਨਕ ਅਤੇ ਗਹਿਰੇ ਵਿਚਾਰਾਂ ਦੇ ਰਾਜਕੁਮਾਰ ਨੇ ਆਪਣਾ ਜੀਵਨ ਜੀਣਾ ਜਾਰੀ ਰੱਖਿਆ। ਰਾਜਾ ਤੇ ਰਾਣੀ ਅਸਲ ਵਿੱਚ ਉਹਦੀ ਹਾਲਤ ਨੂੰ ਵੇਖ ਕੇ ਬਹੁਤ ਦੁਖੀ ਸੀ। ਇੱਕ ਹੋਰ ਦੁਖੀ ਰਾਤ ਸੀ ਜਦੋਂ ਉਹ ਸੋਚ ਰਹੇ ਸੀ ਕਿ ਅਚਾਨਕ ਇੱਕ ਵੱਡਾ ਤੂਫਾਨ ਸ਼ੁਰੂ ਹੋ ਗਿਆ। ਜ਼ੋਰਦਾਰ ਬਾਰਿਸ਼ ਹੋਣ ਲੱਗ ਪਈ, ਬਿਜਲੀ ਚਮਕ ਰਹੀ ਸੀ ਅਤੇ ਬੱਦਲਾਂ ਦੀ ਗੜਗੜ ਦੀ ਆਵਾਜ਼ ਮਹਿਲ ਵਿੱਚ ਗੂੰਜਣ ਲੱਗ ਪਈ। ਰਾਜਕੁਮਾਰ ਸੌਣ ਦੀ ਕੋਸ਼ਿਸ਼ ਕਰਨ ਵਿੱਚ ਮੁਸ਼ਕਲ ਮਹਿਸੂਸ ਕਰ ਰਿਹਾ ਸੀ ਕਿਉਂਕਿ ਉਸ ਨੂੰ ਆਪਣੀ ਖਿੜਕੀ ਤੋਂ ਕੜਕਦੀ ਬਿਜਲੀ ਨਜ਼ਰ ਆ ਰਹੀ ਸੀ ਅਤੇ ਦੂਜੇ ਪਾਸੇ ਉਹ ਆਪਣੇ ਭਵਿੱਖ ਦੀ ਰਾਜਕੁਮਾਰੀ ਦੇ ਬਾਰੇ ਸੋਚ ਰਿਹਾ ਸੀ। ਮਹਿਲ ਵਿੱਚ ਸਾਰੀਆਂ ਆਵਾਜ਼ਾਂ ਦੇ ਸ਼ੋਰ ਵਿੱਚ ਇੱਕ ਨੌਕਰ ਨੇ ਮਹਿਸੂਸ ਕੀਤਾ ਕਿ ਕੋਈ ਦਰਵਾਜ਼ਾ ਖੜਕਾ ਰਿਹਾ ਹੈ। ਉਹਨੇ ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ ਕਿ ਬਾਰਿਸ਼ ਵਿੱਚ ਭਿੱਜੀ ਹੋਈ ਇੱਕ ਕੁੜੀ ਕੰਬਦੀ ਹੋਈ ਖੜੀ ਸੀ। ਪੂਰੇ ਰਾਜ ਵਿੱਚ ਗਰੀਬ ਜਵਾਨ ਕੁੜੀਆਂ ਵਿੱਚੋਂ ਉਹ ਹਾਲੇ ਵੀ ਬਹੁਤ ਸੋਹਣੀ ਤੇ ਨਾਜ਼ੁਕ ਲੱਗ ਰਹੀ ਸੀ। ਬੜੀ ਮੁਸ਼ਕਲ ਨਾਲ ਉਹਨੇ ਗੱਲ ਕੀਤੀ, ਕੀ ਤੁਸੀਂ ਮੈਨੂੰ ਕਿਰਪਾ ਕਰਕੇ ਅੰਦਰ ਆਣ ਦਿਓਗੇ? ਮੈਂ ਇਕੱਲੀ ਹਾਂ। ਨੌਕਰ ਨੂੰ ਉਸ ਤੇ ਦਇਆ ਆ ਗਈ ਅਤੇ ਉਸਨੇ ਉਸੇ ਵੇਲੇ ਰਾਜਾ ਰਾਣੀ ਨੂੰ ਖਬਰ ਕੀਤੀ।
ਅਸੀਂ ਇਸ ਵੇਲੇ ਕਿਸੇ ਫਰਿਆਦੀ ਨੂੰ ਅੰਦਰ ਆਉਣ ਤੋਂ ਮਨਾ ਨਹੀਂ ਕਰ ਸਕਦੇ। ਉਸ ਨੂੰ ਅੰਦਰ ਲਿਆਓ। ਰਾਜਾ ਨੇ ਉਸੇ ਵੇਲੇ ਪਹਿਰੇਦਾਰ ਨੂੰ ਇਸ ਬਾਰੇ ਸੂਚਨਾ ਦਿੱਤੀ ਅਤੇ ਹੁਕਮ ਦਿੱਤਾ। ਗਾਰਡ ਨੇ ਕੁੜੀ ਨੂੰ ਅੰਦਰ ਬੁਲਾਇਆ ਅਤੇ ਹਾਲ ਕਮਰੇ ਵਿੱਚ ਚਿਮਨੀ ਦੇ ਸਾਹਮਣੇ ਬਿਠਾ ਦਿੱਤਾ। ਕੁੜੀ ਦੇ ਭਿੱਜੇ ਕੱਪੜੇ ਵੇਖ ਕੇ ਰਾਣੀ ਨੇ ਨੌਕਰ ਨੂੰ ਹੁਕਮ ਦਿੱਤਾ ਕਿ ਉਹ ਕੁੜੀ ਦੇ ਲਈ ਸੋਹਣੇ ਕੱਪੜੇ ਲੈ ਆਵੇ। ਰਾਣੀ ਨੇ ਕੁੜੀ ਤੋਂ ਇਕੱਲੇ ਵਿੱਚ ਪੁੱਛਿਆ, ਅਜਿਹੇ ਮੌਸਮ ਵਿੱਚ ਰਾਤ ਦੇ ਵੇਲੇ ਕੀ ਮੈਂ ਪੁੱਛ ਸਕਦੀ ਹਾਂ ਕਿ ਤੂੰ ਕੀ ਲੱਭ ਰਹੀ ਸੀ? ਮੈਂ ਇੱਕ ਦੂਰ ਦੇਸ਼ ਦੀ ਰਾਜਕੁਮਾਰੀ ਹਾਂ। ਮੇਰੇ ਮਹਿਲ ਤੇ ਸਾਡੇ ਦੁਸ਼ਮਣਾਂ ਨੇ ਹਮਲਾ ਕੀਤਾ ਹੈ। ਮੈਨੂੰ ਬਚਾਉਣ ਦੇ ਲਈ ਮੇਰੇ ਮਾਪਿਓ ਨੇ ਮੈਨੂੰ ਗੁਪਤ ਰੂਪ ਦੇ 2 ਸੈਨਿਕਾਂ ਦੇ ਨਾਲ ਭੇਜ ਦਿੱਤਾ, ਪਰ ਅੱਧੀ ਰਾਤ ਦੇ ਬਾਅਦ ਤੂਫਾਨ ਦੇ ਕਰਕੇ ਅਸੀਂ ਇੱਕ ਦੂਜੇ ਤੋਂ ਅਲੱਗ ਹੋ ਗਏ ਤੇ ਮੈਂ ਇੱਥੇ ਆ ਗਈ। ਮੈਨੂੰ ਅੰਦਰ ਆਉਣ ਦੇਣ ਦੇ ਲਈ ਧੰਨਵਾਦ। ਰਾਣੀ ਦੇ ਲਈ ਯਕੀਨ ਕਰਨਾ ਔਖਾ ਹੋ ਗਿਆ ਸੀ, ਪਰ ਉਸ ਤੋਂ ਵੀ ਜ਼ਿਆਦਾ ਔਖਾ ਸੀ ਉਹਨੂੰ ਮਹਿਲ ਤੋਂ ਬਾਹਰ ਭੇਜਣਾ। ਰਾਜਕੁਮਾਰ ਇਹ ਜਾਣਨ ਦੇ ਲਈ ਉਤਾਵਲਾ ਸੀ ਕਿ ਇਹ ਰਹੱਸਮਈ ਕੁੜੀ ਕੌਣ ਹੈ। ਉਹ ਉਸ ਨਾਲ ਮਿਲਣਾ ਚਾਹੁੰਦਾ ਸੀ। ਉਸ ਵੇਲੇ ਕੁੜੀ ਨੇ ਰਾਣੀ ਦੇ ਦਿੱਤੇ ਹੋਏ ਕੱਪੜੇ ਪਾਏ ਸੀ। ਉਹਦੇ ਵਾਲ ਵੀ ਹੁਣ ਸੁੱਕ ਗਏ ਸੀ ਤੇ ਹੁਣ ਉਹਨੂੰ ਜ਼ਰਾ ਚੰਗਾ ਲੱਗ ਰਿਹਾ ਸੀ। ਹੁਣ ਉਹ ਹੋਰ ਵੀ ਸੋਹਣੀ ਤੇ ਪਿਆਰੀ ਲੱਗ ਰਹੀ ਸੀ। ਜਿਵੇਂ ਹੀ ਰਾਜਕੁਮਾਰ ਕਮਰੇ ਵਿੱਚ ਦਾਖਲ ਹੋਇਆ, ਉਹ ਉਹਦੇ ਰੂਪ ਤੇ ਖੂਬਸੂਰਤੀ ਤੇ ਵਿਸ਼ਵਾਸ ਨਾ ਕਰ ਸਕਿਆ। ਉਹਦੀ ਮੌਜੂਦਗੀ ਤੇ ਉਹ ਮਹਿਲ ਹੋ ਗਿਆ, ਪਰ ਫਿਰ ਵੀ ਉਹ ਇਹ ਜਾਣਨਾ ਚਾਹੁੰਦਾ ਸੀ ਕਿ ਉਹ ਅਸਲ ਵਿੱਚ ਰਾਜਕੁਮਾਰੀ ਹੀ ਸੀ। ਰਾਣੀ ਨੇ ਕਿਹਾ ਕਿ ਉਹ ਹਾਲਾਤ ਨੂੰ ਸੰਭਾਲ ਲਵੇਗੀ ਅਤੇ ਪਤਾ ਲਾਵੇਗੀ ਕਿ ਇਹ ਸੱਚ ਵਿੱਚ ਰਾਜਕੁਮਾਰੀ ਹੈ ਜਾਂ ਨਹੀਂ। ਕਿ ਉਹ ਅਸਲ ਵਿੱਚ ਰਾਜਕੁਮਾਰੀ ਹੈ, ਅਸੀਂ ਅੱਜ ਰਾਤੀ ਪਤਾ ਲਾਵਾਂਗੇ। ਰਾਜਕੁਮਾਰ ਤੇ ਰਾਜਕੁਮਾਰੀ ਨੇ ਦੇਰ ਰਾਤ ਤੱਕ ਗੱਲਾਂ ਕੀਤੀਆਂ। ਰਾਜਕੁਮਾਰ ਉਹਦੇ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਬਹੁਤ ਉਤਾਵਲਾ ਸੀ। ਰਾਣੀ ਨੇ ਮਹਿਮਾਨਾਂ ਦਾ ਕਮਰਾ ਰਾਜਕੁਮਾਰੀ ਦੇ ਲਈ ਤਿਆਰ ਕਰਵਾ ਦਿੱਤਾ ਤੇ ਉਸ ਦੇ ਬਿਸਤਰ ਦੇ ਥੱਲੇ ਇੱਕ ਮਟਰ ਰੱਖਿਆ ਅਤੇ ਉਸ ਨੂੰ 7 ਗੱਦਿਆਂ ਨਾਲ ਢੱਕ ਦਿੱਤਾ। ਉਹ ਕੁੜੀ ਉਸ ਰਾਤ ਉਸ ਅਜੀਬ ਬਿਸਤਰ ਤੇ ਸੁੱਤੀ ਜੋ ਉਹਦੇ ਲਈ ਤਿਆਰ ਕੀਤਾ ਗਿਆ ਸੀ। ਦੂਜੀ ਸਵੇਰ ਰਾਣੀ ਨੇ ਉਸ ਕੁੜੀ ਦੇ ਉੱਠਣ ਦਾ ਇੰਤਜ਼ਾਰ ਕੀਤਾ ਅਤੇ ਜਦ ਉਹ ਜਾਗੀ ਤਾਂ ਉਸ ਤੋਂ ਪੁੱਛਿਆ, ਕੱਲ ਰਾਤ ਚੰਗੀ ਨੀਂਦ ਆਈ? ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਤੁਸੀਂ ਮੈਨੂੰ ਆਸਰਾ ਦਿੱਤਾ, ਪਰ ਮੈਨੂੰ ਸੌਣ ਦੀ ਕੋਸ਼ਿਸ਼ ਵਿੱਚ ਬਹੁਤ ਮੁਸ਼ਕਲ ਹੋਈ। ਅੱਛਾ, ਸੱਚੀ? ਕੀ ਮੈਂ ਪੁੱਛ ਸਕਦੀ ਹਾਂ ਕਿਉਂ? ਮੇਰੇ ਸਰੀਰ ਵਿੱਚ ਦਰਦ ਹੈ। ਮੇਰੀ ਪਿੱਠ ਦਰਦ ਕਰ ਰਹੀ ਹੈ। ਇੰਜ ਲੱਗਦਾ ਹੈ ਜਿਵੇਂ ਪੂਰੀ ਰਾਤ ਮੈਂ ਕਿਸੇ ਸਖਤ ਚੀਜ਼ ਤੇ ਸੁੱਤੀ ਸੀ। ਰਾਣੀ ਨੂੰ ਇਸੇ ਜਵਾਬ ਦਾ ਇੰਤਜ਼ਾਰ ਸੀ। ਉਸ ਨੂੰ ਪਤਾ ਸੀ ਕਿ ਸਿਰਫ ਇੱਕ ਰਾਜਕੁਮਾਰੀ ਹੀ ਗੱਦੇ ਦੀ 7 ਪਰਤਾਂ ਵਿੱਚ ਢੱਕੇ ਬਿਸਤਰ ਦੇ ਅੰਦਰ ਅਜਿਹੀ ਬੇਆਰਾਮੀ ਮਹਿਸੂਸ ਕਰ ਸਕਦੀ ਹੈ। ਉਹ ਰਾਜਕੁਮਾਰ ਦੇ ਕੋਲ ਗਈ ਅਤੇ ਜੋ ਕੁਝ ਹੋਇਆ ਉਹਨੂੰ ਦੱਸਿਆ। ਇਹ ਸਭ ਸੁਣ ਕੇ ਅਤੇ ਆਖਰਕਾਰ ਇਹ ਜਾਣ ਕੇ ਕਿ ਉਹ ਇੱਕ ਅਸਲੀ ਰਾਜਕੁਮਾਰੀ ਹੈ, ਰਾਜਕੁਮਾਰ ਆਪਣੀ ਖੁਸ਼ੀ ਲੁਕੋ ਨਹੀਂ ਸਕਿਆ। ਰਾਜਕੁਮਾਰ ਨੇ ਰਾਜਾ ਨੂੰ ਕਿਹਾ ਕਿ ਉਹ ਰਾਜਕੁਮਾਰੀ ਨਾਲ ਵਿਆਹ ਕਰਨਾ ਚਾਹੁੰਦਾ ਹੈ ਅਤੇ ਰਾਜਾ ਨੇ ਉਹਦੀ ਇੱਛਾ ਮੰਨ ਲਈ। ਰਾਜਕੁਮਾਰ ਨੇ ਕਿਹਾ ਕਿ ਜਦ ਤੱਕ ਉਹਦੇ ਰਾਜ ਵਿੱਚ ਯੁੱਧ ਖਤਮ ਨਾ ਹੋ ਜਾਵੇ, ਉਹ ਉਹਨਾਂ ਦੇ ਮਹਿਲ ਵਿੱਚ ਰਹਿ ਸਕਦੀ ਹੈ ਤੇ ਉਹਨਾਂ ਨੇ ਉਹਨਾਂ ਦੇ ਦੇਸ਼ ਨੂੰ ਬਚਾਉਣ ਵਿੱਚ ਮਦਦ ਦੇ ਲਈ ਆਪਣੀ ਸੈਨਾ ਵੀ ਭੇਜ ਦਿੱਤੀ। ਅਤੇ ਛੇਤੀ ਰਾਜਕੁਮਾਰ ਨੇ ਰਾਜਕੁਮਾਰੀ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ। ਕੀ ਤੂੰ ਮੇਰੇ ਨਾਲ ਵਿਆਹ ਕਰੇਂਗੀ ਰਾਜਕੁਮਾਰੀ? ਉਸ ਰਾਤ ਰਾਜਕੁਮਾਰ ਨੇ ਮਟਰ ਨੂੰ ਇੱਕ ਕੱਚ ਦੀ ਡਿੱਬੀ ਵਿੱਚ ਰੱਖਿਆ ਅਤੇ ਪੱਕਾ ਕੀਤਾ ਕਿ ਇਹ ਮਹਿਲ ਦੇ ਸਭ ਤੋਂ ਚੰਗੇ ਕੋਨੇ ਵਿੱਚ ਰੱਖਿਆ ਜਾਏ। ਕਈ ਸਾਲਾਂ ਤੱਕ ਜਿਨ੍ਹਾਂ ਨੂੰ ਪਿਆਰ ਤੇ ਯਕੀਨ ਸੀ, ਅਜਿਹੇ ਲੋਕ ਇਸ ਮਟਰ ਨੂੰ ਵੇਖਣ ਆਉਂਦੇ ਸੀ। ਰਾਜਕੁਮਾਰ ਤੇ ਰਾਜਕੁਮਾਰੀ ਦੀ ਇਹ ਕਹਾਣੀ ਕਈ ਸਾਲਾਂ ਤੋਂ ਸੁਣਾਈ ਜਾ ਰਹੀ ਹੈ। ਇੱਕ ਠੰਡੀ ਸਨੋਈ ਨਿਊ ਇਅਰਸ ਦੀ ਰਾਤ ਦੀ ਗੱਲ ਹੈ। ਲੋਕੀ ਆਪਣੇ ਕੋਟ, ਗਲਵਜ਼ ਅਤੇ ਸਕਾਰਫਸ ਪਾ ਕੇ ਆਣਾ ਜਾਣਾ ਕਰ ਰਹੇ ਸੀ। ਸਾਰੇ ਲੋਕੀ ਜਲਦੀ ਵਿੱਚ ਸੀ। ਕੁਝ ਲੋਕਾਂ ਨੂੰ ਘਰ ਪਹੁੰਚਣ ਦੀ ਜਲਦੀ ਸੀ ਅਤੇ ਕੁਝ ਲੋਕੀ
ਨਿਊ ਈਅਰ ਸੈਲੀਬ੍ਰੇਟ ਕਰਨ ਬਾਹਰ ਜਾ ਰਹੇ ਸੀ। ਜਵਾਕ ਰਸਤੇ ਤੇ ਖੇਲ-ਕੂਦ ਕਰ ਰਹੇ ਸੀ ਤੇ ਇੱਕ ਦੂਜੇ ਉੱਤੇ ਸਨੋਬਾਲ ਸੁੱਟ ਰਹੇ ਸੀ। ਬੇਸ਼ੱਕ ਸਨੋ ਦੇ ਸਭ ਤੋਂ ਜ਼ਿਆਦਾ ਮਜ਼ੇ ਉਹੀ ਲੈ ਰਹੇ ਸੀ। ਉਹਨਾਂ ਦੇ ਹਾਸਿਆਂ ਨੇ ਮਾਹੌਲ ਵਿੱਚ ਪਿਆਰ ਭਰ ਦਿੱਤਾ ਸੀ। ਪਰ ਰਸਤੇ ਤੇ ਇੱਕ ਕੁੜੀ ਸੀ ਜਿਹੜੀ ਖੇਲਣ ਵਾਲੇ ਜਵਾਕਾਂ ਤੋਂ ਵੱਖਰੀ ਸੀ। ਇਹ ਕੁੜੀ ਬਸ ਵੇਖ ਰਹੀ ਸੀ ਬਾਕੀ ਜਵਾਕਾਂ ਨੂੰ ਖੇਲਦੇ ਹੋਏ। ਉਹਦੇ ਕੋਲ ਦੂਜਿਆਂ ਦੀ ਤਰ੍ਹਾਂ ਹੈਟ ਨਹੀਂ ਸੀ। ਠੰਡ ਤੋਂ ਬਚਾ ਕਰਨ ਲਈ ਵੀ ਉਹਦੇ ਲੀੜੇ ਕੱਟ ਤੇ ਫਟੇ ਹੋਏ ਸੀ ਅਤੇ ਉਹਦੀ ਚੱਪਲ ਵੀ ਉਹਦੀ ਨਹੀਂ ਸੀ, ਕਾਫੀ ਵੱਡੀ ਸੀ। ਉਹਦੇ ਹੱਥ ਵਿੱਚ ਇੱਕ ਬਾਕਸ ਸੀ। ਉਹਨੂੰ ਠੰਡ ਨਾਲ ਕਾਂਬਾ ਚੜ ਰਿਹਾ ਸੀ। ਉਹਨੇ ਵੇਖਿਆ ਹੀ ਨਹੀਂ ਕਿ ਇੱਕ ਕਾਰ ਉਹਦੇ ਵੱਲ ਆ ਰਹੀ ਹੈ। ਓਏ ਕੁੜੀਏ, ਰੋਡ ਦੀ ਸਾਈਡ ਤੇ ਖਲੋ ਜਾ, ਕਿਤੇ ਐਕਸੀਡੈਂਟ ਨਾ ਹੋ ਜਾਏ। ਉਹ ਕੁੜੀ ਹੱਥੋਂ ਹੱਥ ਫੁੱਟਪਾਥ ਤੇ ਭੱਜੀ। ਭੱਜਦੇ ਹੋਏ ਉਹਦੀ ਚੱਪਲ ਨਿਕਲ ਗਈ। ਜਦੋਂ ਉਹ ਫੁੱਟਪਾਥ ਤੇ ਪਹੁੰਚੀ, ਉਹਨੇ ਵੇਖਿਆ ਕਿ ਇੱਕ ਮੁੰਡਾ ਉਹਦੀ ਚੱਪਲ ਲੈ ਕੇ ਭੱਜ ਰਿਹਾ ਸੀ। ਮੇਰੀ ਚੱਪਲ, ਓਏ ਖੜ ਜਾ! ਉਹ ਚਿল্ਲਾਈ ਅਤੇ ਉਹਦੇ ਮਗਰ ਭੱਜੀ, ਪਰ ਉਹ ਮੁੰਡਾ ਛੇਤੀ-ਛੇਤੀ ਭੱਜ ਗਿਆ। ਮਜਬੂਰੀ ਵਿੱਚ ਨੰਗੇ ਪੈਰ ਤੁਰ ਕੇ ਉਹ ਇੱਕ ਬੂਹੇ ਕੋਲ ਜਾ ਕੇ ਖਲੋ ਗਈ। ਉਹਨੇ ਆਪਣਾ ਵੱਡਾ ਜਿਹਾ ਬਾਕਸ ਥੱਲੇ ਰੱਖਿਆ। ਉਹ ਮਾਚਿਸ ਦੀ ਡੱਬੀਆਂ ਨਾਲ ਭਰੇ ਹੋਏ ਬਾਕਸ ਨੂੰ ਵੇਖ ਰਹੀ ਸੀ। ਠੰਡ ਨਾਲ ਉਹਦੀਆਂ ਅੱਖਾਂ ਭਿੱਜ ਗਈਆਂ ਸੀ। ਇਹ ਸੀ ਸਾਡੀ ਲਿਟਲ ਮੈਚ ਗਰਲ। ਪਰ ਉਸ ਦਿਨ ਇੱਕ ਵੀ ਮਾਚਿਸ ਦੀ ਡੱਬੀ ਨਹੀਂ ਵੇਚ ਸਕੀ ਸੀ। ਜੇ ਉਹ ਮਾਚਿਸ ਦੀਆਂ ਕੁਝ ਡੱਬੀਆਂ ਵੇਚ ਕੇ ਕਮਾਈ ਕਰ ਲਵੇ ਤਾਂ ਘਰ ਜਾ ਕੇ ਆਪਣੀ ਮਾਂ ਦੇ ਨਾਲ ਗਰਮ ਖਾਣਾ ਖਾ ਸਕਦੀ ਸੀ। ਉਸੇ ਵੇਲੇ ਉਹ ਚੀਖ ਪਈ ਆਪਣੀ ਪਤਲੀ ਤੇ ਕੰਬਦੀ ਹੋਈ ਮਾਸੂਮ ਜਿਹੀ ਆਵਾਜ਼ ਵਿੱਚ, ਮਾਚਿਸ, ਮਾਚਿਸ, ਕੋਈ ਲੈ ਲਓ ਇੱਕ ਡੱਬੀ ਮਾਚਿਸ। ਕਿਸੇ ਨੇ ਉਹਦੇ ਵੱਲ ਮੁੜ ਕੇ ਵੀ ਨਹੀਂ ਵੇਖਿਆ ਤੇ ਉਹ ਉਸੇ ਥਾਂ ਬਹਿ ਗਈ। ਉਹਦੀਆਂ ਉਂਗਲੀਆਂ ਠੰਡ ਨਾਲ ਦਰਦ ਕਰਨ ਲੱਗ ਪਈਆਂ। ਉਹ ਤੋਂ ਹੁਣ ਹੋਰ ਦਰਦ ਸਹਿ ਨਹੀਂ ਜਾ ਰਿਹਾ ਸੀ ਅਤੇ ਕਿਸੇ ਵੀ ਤਰ੍ਹਾਂ ਭੋਰਾ ਗਰਮੀ ਚਾਹੀਦੀ ਸੀ। ਉਹਦੀਆਂ ਉਂਗਲੀਆਂ ਸੁੰਨ ਹੋ ਗਈਆਂ ਸੀ। ਬੜੀ ਮੁਸ਼ਕਿਲ ਨਾਲ ਉਹਨੇ ਮਾਚਿਸ ਦੀ ਤਿੱਲੀ ਫੜੀ। ਆਪਣੇ ਕੰਬ ਦੇ ਹੱਥਾਂ ਨਾਲ ਉਹਨੇ ਮਾਚਿਸ ਦੀ ਤਿੱਲੀ ਕੰਧ ਨਾਲ ਜਲਾਈ ਅਤੇ ਅੱਗ ਦੇ ਚਾਨਣ ਨੇ ਉਹਨੂੰ ਖੁਸ਼ ਕਰ ਦਿੱਤਾ। ਉਸ ਵਿਚਾਰੀ ਨੇ ਤਿੱਲੀ ਨੂੰ ਦੋਨਾਂ ਹੱਥਾਂ ਵਿੱਚ ਲਿਆ। ਹੁਣ ਉਹਦੀ ਉਂਗਲੀਆਂ ਨੂੰ ਆਰਾਮ ਮਿਲਿਆ। ਅੱਗ ਨੂੰ ਵੇਖ ਕੇ ਉਹ ਸੁਪਨੇ ਵਿੱਚ ਚਲੀ ਗਈ। ਉਹਨੇ ਆਪਣੇ ਆਪ ਨੂੰ ਇੱਕ ਬਲਦੇ ਹੋਏ ਸਟੋਵ ਦੇ ਸਾਹਮਣੇ ਪਾਇਆ। ਉਹ ਇੱਕ ਵੱਡੇ ਸਾਰੇ ਸਟੋਵ ਦੇ ਸਾਹਮਣੇ ਸੋਹਣੇ ਜਿਹੇ ਕਮਰੇ ਵਿੱਚ ਬੈਠੀ ਸੀ। ਉਹਨੇ ਇੱਕ ਗਰਮ ਸਵੈਟਰ, ਫਰ ਦੇ ਬੂਟਸ ਅਤੇ ਸਿਰ ਤੇ ਗਰਮ ਟੋਪੀ ਪਾਈ ਹੋਈ ਸੀ। ਇੰਨੀ ਗਰਮੀ ਸੀ ਕਿ ਉਹਨੂੰ ਪਸੀਨਾ ਆਉਣ ਲੱਗਾ। ਪਰ ਅਚਾਨਕ ਮਾਚਿਸ ਦੀ ਤਿੱਲੀ ਬੁਝ ਗਈ। ਤਿੱਲੀ ਬੁਝਦੇ ਹੀ ਉਹਦਾ ਸੁਪਨਾ ਵੀ ਗਾਇਬ ਹੋ ਗਿਆ। ਉਹਦੀਆਂ ਉਂਗਲੀਆਂ ਫੇਰ ਠੰਡ ਨਾਲ ਦੁਖਣ ਲੱਗ ਪਈਆਂ ਤੇ ਉਹਨੇ ਇੱਕ ਹੋਰ ਤਿੱਲੀ ਵਾਲੀ। ਉਸੇ ਵੇਲੇ ਠੰਡੀ ਹਵਾ ਚੱਲੀ। ਉਸ ਕੁੜੀ ਨੇ ਕੰਧ ਦੇ ਸਹਾਰੇ ਉਸ ਲੋਹ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਉਹਨੇ ਹੱਥ ਨਾਲ ਲੋਹ ਨੂੰ ਓਲਾ ਵੀ ਕੀਤਾ। ਜਦੋਂ ਉਹਨੂੰ ਵੇਖ ਰਹੀ ਸੀ, ਕੰਧ ਅਚਾਨਕ ਤੋਂ ਗਾਇਬ ਹੋ ਗਈ। ਉੱਥੇ ਇੱਕ ਵੱਡਾ ਜਿਹਾ ਕਮਰਾ ਨਜ਼ਰ ਆਇਆ। ਇੱਕ ਚਿੱਟੇ ਜਿਹੇ ਕੱਪੜੇ ਨਾਲ ਢਕੇ ਹੋਏ ਟੇਬਲ ਉੱਤੇ ਹਰ ਤਰ੍ਹਾਂ ਦਾ ਖਾਣਾ ਪਿਆ ਸੀ। ਸਿਲਵਰ ਨਾਲ ਪੂਰੇ ਕਮਰੇ ਵਿੱਚ ਦਿਨ ਵਰਗਾ ਉਜਾਲਾ ਸੀ। ਉਹ ਟੇਬਲ ਨੂੰ ਵੇਖਦੀ ਰਹੀ ਅਤੇ ਵੇਖਿਆ ਕਿ ਟੇਬਲ ਦੇ ਵਿਚਕਾਰ ਇੱਕ ਬੜਾ ਸੋਹਣਾ ਜਿਹਾ ਗ੍ਰਿਲਡ ਮੀਟ ਦਾ ਟੁਕੜਾ ਪਿਆ ਹੈ। ਉਹਨੇ ਛੇਤੀ-ਛੇਤੀ ਇੱਕ ਪੀਸ ਲਿੱਤਾ ਅਤੇ ਆਪਣੇ ਮੂੰਹ ਵਿੱਚ ਪਾ ਲਿਆ ਅਤੇ ਉਹਦੀ ਭੁੱਖ ਮੁੱਕ ਗਈ। ਉਹ ਇੱਕ ਹੋਰ ਟੋਟਾ ਲੈਣਾ ਚਾਹੁੰਦੀ ਸੀ ਮੀਟ ਦਾ। ਉਹ ਲੈਣ ਲੱਗੀ, ਪਰ ਮਾਚਿਸ ਦੀ ਤਿੱਲੀ ਜਿਹੜੀ ਉਹਦੇ ਹੱਥ ਵਿੱਚ ਸੀ ਉਹ ਬੜੀ ਛੇਤੀ ਬੁਝ ਗਈ। ਵਿਚਾਰੀ ਕੁੜੀ ਦਾ ਹੱਥ ਜਲ ਗਿਆ ਅਤੇ ਉਹਨੇ ਉਹ ਤਿੱਲੀ ਸੁੱਟ ਦਿੱਤੀ। ਜਿਵੇਂ ਹੀ ਉਹਨੇ ਤਿੱਲੀ ਸੁੱਟੀ, ਖਾਣੇ ਦੀ ਟੇਬਲ ਤੇ ਉਹ ਕਮਰਾ ਸਭ ਗਾਇਬ ਹੋ ਗਏ। ਲਿਟਲ ਮੈਚ ਗਰਲ ਨੇ ਇੱਕ ਹੋਰ ਤਿੱਲੀ ਬਾਲੀ। ਇਸ ਵਾਰੀ ਉਹਨੇ ਹੋਰ ਵੀ ਵੱਡਾ ਜਿਹਾ ਸੁਪਨਾ ਵੇਖਿਆ। ਇੱਕ ਖੂਬਸੂਰਤ ਜਿਹੀ ਜਗ੍ਹਾ ਤੇ ਵੱਡੇ ਜਿਹੇ ਚੰਨ ਨਾਲ ਉਹ ਇੱਕ ਪੇੜ ਦੇ ਥੱਲੇ ਚਿੱਟੇ ਕੱਪੜੇ ਪਾ ਕੇ ਬੈਠੀ ਸੀ। ਰਾਤ ਸੀ ਪਰ ਠੰਡ ਨਹੀਂ ਸੀ। ਉਹ ਤਾਰਿਆਂ ਨੂੰ ਵੇਖ ਕੇ ਖੁਸ਼ ਹੋ ਰਹੀ ਸੀ।
ਉਹਨੇ ਕਦੀ ਵੀ ਇੰਨਾ ਸਾਫ਼ ਅਸਮਾਨ ਅਤੇ ਚਮਕਦੇ ਹੋਏ ਤਾਰੇ ਨਹੀਂ ਵੇਖੇ ਸੀ। ਫਿਰ ਅਚਾਨਕ ਉਹਨੇ ਇੱਕ ਟੁੱਟਦਾ ਹੋਇਆ ਤਾਰਾ ਵੇਖਿਆ। ਉਹਨੇ ਮਨ ਵਿੱਚ ਸੋਚਿਆ, ਇੱਕ ਹੋਰ ਸਾਡੇ ਵਰਗਾ ਉੱਡ ਚਲਿਆ ਅਸਮਾਨ ਵੱਲ। ਉਹਦੀ ਬੇਬੇ ਏਦਾਂ ਕਿਹਾ ਕਰਦੀ ਸੀ। ਠੀਕ ਉਸੇ ਵੇਲੇ ਉਹਨੇ ਆਪਣੀ ਬੇਬੇ ਨੂੰ ਉੱਥੇ ਵੇਖਿਆ। ਜਦੋਂ ਵੀ ਕੋਈ ਤਾਰਾ ਟੁੱਟਦਾ ਹੈ, ਹਮੇਸ਼ਾ ਕੋਈ ਹੋਰ ਉਹਦੀ ਥਾਂ ਲੈ ਲੈਂਦਾ ਹੈ। ਇੰਨਾ ਕਹਿ ਕੇ ਉਹਦੀ ਬੇਬੇ ਗਾਇਬ ਹੋ ਗਈ ਅਤੇ ਲਿਟਲ ਮੈਚ ਗਰਲ ਨੇ ਉਹਨੂੰ ਆਵਾਜ਼ ਦਿੱਤੀ, ਬੇਬੇ ਰੁਕੋ, ਨਾ ਜਾਓ, ਪਲੀਜ਼ ਨਾ ਜਾਓ, ਮੈਂ ਤੁਹਾਨੂੰ ਬਹੁਤ ਮਿਸ ਕੀਤਾ। ਆਪਣੀ ਬੇਬੇ ਨੂੰ ਫੇਰ ਇੱਕ ਵਾਰ ਵੇਖਣ ਲਈ ਉਹਨੇ ਇੱਕ ਹੋਰ ਮਾਚਿਸ ਦੀ ਤਿੱਲੀ ਬਾਲੀ। ਉਹ ਭੁੱਲ ਗਈ ਕਿ ਉਹ ਠੰਡ ਨਾਲ ਕਿਵੇਂ ਕੰਬ ਰਹੀ ਸੀ ਤੇ ਫੇਰ ਸੁਪਨਾ ਵੇਖਣ ਲੱਗ ਪਈ। ਹਰ ਵਾਰ ਜਦੋਂ ਉਹ ਮਾਚਿਸ ਦੀ ਤਿੱਲੀ ਬਾਲਦੀ, ਉਹਨੂੰ ਐਦਾਂ ਲੱਗਦਾ ਜਿਵੇਂ ਉਹ ਬੇਬੇ ਨੂੰ ਵੇਖ ਰਹੀ ਹੈ। ਉਹਨੇ ਇੱਕ ਹੋਰ ਤਿੱਲੀ ਬਾਲੀ। ਉਹਦੇ ਆਲੇ ਦੁਆਲੇ ਦਿਨ ਵਰਗਾ ਚਾਨਣ ਹੋ ਗਿਆ। ਉਹਨੂੰ ਆਪਣੀ ਬੇਬੇ ਬਹੁਤ ਸੋਹਣੀ ਲੱਗ ਰਹੀ ਸੀ। ਆਪਣੀ ਬੇਬੇ ਦੇ ਪਿਆਰੇ ਚਿਹਰੇ ਨੂੰ ਵੇਖ ਕੇ ਉਹ ਆਪਣੀ ਸਾਰੀਆਂ ਤਕਲੀਫਾਂ ਭੁੱਲ ਜਾਂਦੀ ਸੀ। ਇਹ ਲਮਹਾ ਕਿਤੇ ਖਤਮ ਨਾ ਹੋ ਜਾਵੇ, ਇਸ ਕਰਕੇ ਉਹਨੇ ਆਖਰੀ ਮਾਚਿਸ ਦੀ ਤਿੱਲੀ ਵੀ ਜਲਾ ਦਿੱਤੀ। ਉਹਦੀ ਬੇਬੇ ਫੇਰ ਉਹਦੇ ਸਾਹਮਣੇ ਆਈ। ਉਹਨੇ ਆਪਣੇ ਹੱਥ ਵਿੱਚ ਲਿਟਲ ਮੈਚ ਗਰਲ ਦਾ ਹੱਥ ਫੜਿਆ ਅਤੇ ਉਹ ਦੋਨੋਂ ਅਸਮਾਨ ਵਿੱਚ ਉੱਡਣ ਲੱਗ ਪਈਆਂ ਨਾਲ-ਨਾਲ। ਲਿਟਲ ਗਰਲ ਨੂੰ ਬਹੁਤ ਰਾਹਤ ਮਹਿਸੂਸ ਹੋਈ। ਹੁਣ ਨਾ ਠੰਡ ਸੀ ਨਾ ਭੁੱਖ ਸੀ। ਠੀਕ ਉਸੇ ਵੇਲੇ ਇੱਕ ਹੋਰ ਤਾਰਾ ਟੁੱਟਿਆ। ਸਵੇਰੇ ਲੋਕੀ ਜਦੋਂ ਰਸਤੇ ਤੋਂ ਲੰਘ ਰਹੇ ਸੀ, ਉਹਨਾਂ ਨੇ ਲਿਟਲ ਮੈਚ ਗਰਲ ਨੂੰ ਕੰਧ ਦੇ ਸਹਾਰੇ ਬੈਠੇ ਵੇਖਿਆ। ਉਹਦੀਆਂ ਅੱਖਾਂ ਬੰਦ ਸੀ, ਪਰ ਚਿਹਰੇ ਤੇ ਇੱਕ ਪਿਆਰੀ ਜਿਹੀ ਸਮਾਈਲ ਸੀ। ਉਹਦੇ ਆਲੇ ਦੁਆਲੇ ਬਹੁਤ ਸਾਰੀਆਂ ਜਲੀਆਂ ਹੋਈਆਂ ਤਿਲੀਆਂ ਪਈਆਂ ਸੀ, ਤਿਲੀਆਂ ਜਿਨ੍ਹਾਂ ਨੇ ਜਲ ਕੇ ਉਹਦੇ ਸੁਪਨਿਆਂ ਨੂੰ ਰੋਸ਼ਨ ਕੀਤਾ। ਐਦਾਂ ਦੇ ਸੁਪਨੇ ਜਿਨ੍ਹਾਂ ਨੂੰ ਕੋਈ ਵੀ ਨਹੀਂ ਵੇਖ ਸਕੇਗਾ।